ਦਾ ਕੁਐਸਚਨ ਤੁਹਾਨੂੰ ਹੈਗਾ ਔਰ ਭੁਪਿੰਦਰ ਵੀਰ ਜੀ ਨੂੰ ਹੈਗਾ ਕਿ ਜਿਹੜੀ ਸਿੱਖੀਜ਼ਮ ਵਿੱਚ ਸਾਡੇ ਵਿੱਚ ਮਨਮਤ ਆ ਗਈ ਹੈ, ਨਕਲੀ ਫੋਟੋਆਂ ਅਸੀਂ ਲਗਾ ਕੇ ਰੱਖਦੇ ਹਾਂ, ਉਸ ਬਾਰੇ ਉਹ ਚਾਹੁੰਦੇ ਨੇ ਗੁਰਬਾਣੀ ਸਿਧਾਂਤ ਆਧਾਰ ਤੇ ਸਾਨੂੰ ਸਮਝਾਤਾ ਜਾਏ ਕਿ ਉਹ ਫੋਟੋਆਂ ਦਾ ਮਤਲਬ ਕੋਈ ਨਹੀਂ ਹੈਗਾ ਸਿੱਖੀਜ਼ਮ ਵਿੱਚ। ਜੀ ਜਦੋਂ ਵੀ ਅਸੀਂ ਬਾਰ-ਬਾਰ ਇਹ ਚੀਜ਼ ਸਮਝਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਪਏ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਨਾ ਗੁਰੂ ਸਰੀਰ ਹੈ। ਹੁਣ ਜਿਹੜੀ ਚੀਜ਼ ਸਰੀਰ ਨਹੀਂ ਹੋ ਸਕਦੀ, ਸਥੂਲ ਨਹੀਂ ਹੋ ਸਕਦੀ, ਉਸ ਦੀ ਚੇਲਾ ਵੀ ਸਥੂਲ ਨਹੀਂ ਹੋ ਸਕਦੀ। ਸੂਖਸ਼ਮ ਦੀ ਚੇਲਾ ਸੂਖਸ਼ਮ, ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਸਮਝਾ ਦਿੰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਵੀ ਸਮਝਾਉਂਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਤੇ ਆਣ ਕੇ ਕੀ ਕਰੋ, ਗਾਵੋ ਸੱਚੀ ਬਾਣੀ। ਗੁਰੂ ਰਾਮਦਾਸ ਪਾਤਸ਼ਾਹ ਵੀ ਇਹੀ ਚੀਜ਼ ਸਮਝਾ ਦਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ। ਜਦੋਂ ਅਸੀਂ ਮੰਗਲ ਵਿੱਚ ਵੀ ਪੜ੍ਹਦੇ ਹਾਂ ਨਾ ਅਕਾਲ ਮੂਰਤ, ਹੁਣ ਉਹਦੀ ਜਿਹੜੀ ਹਸਤੀ ਜਿਹੜੀ ਹੋਂਦ ਹੈ ਉਹ ਕਾਲ ਤੋਂ ਸਮੇਂ ਤੋਂ ਪਰੇ, ਪਰ ਰੱਬ ਜੀ ਮੇਰੇ ਅੰਦਰ ਜੋ ਅਸੀਂ ਬਾਰ-ਬਾਰ ਸਮਝਿਆ ਹੈ। ਜਿੱਧਰ ਵੀ ਮੂਰਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੱਤੇ ਨੂੰ ਔਂਕੜ ਨਾਲ ਆਏਗਾ, ਉਹਦਾ ਭਾਵ ਹੋਏਗਾ ਕੋਈ ਇੱਕ ਸਮੇਂ ਦੀ, ਇੱਕ ਵਕਤ ਦੀ ਗੱਲ ਚੱਲਦੀ ਪਈ ਹੈ। ਜਦੋਂ ਵੀ ਮੂਰਤ ਦੇ ਤੱਤੇ ਨੂੰ ਔਂਕੜ ਨਹੀਂ ਲੱਗਿਆ ਹੋਏਗਾ, ਭਾਵ ਬਹੁਤਿਆਂ ਸਮਿਆਂ ਦੀ, ਮੂਰਤ ਦੇ ਤੱਤੇ ਨੂੰ ਔਂਕੜ ਭਾਵ ਇੱਕ ਸਮੇਂ ਦੀ ਗੱਲ, ਮੂਰਤ ਦਾ ਤੱਤਾ ਮੁਕਤਾ ਭਾਵ ਬਹੁਤਿਆਂ ਸਮੇਂ ਦੀ ਗੱਲ, ਉਹਦਾ ਉਚਾਰਨ ਅਸੀਂ ਮੂਰਤ ਕਰਾਂਗੇ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਜਿੱਧਰ ਵੀ ਮੂਰਤ ਦੇ ਤੱਤੇ ਨੂੰ ਸਿਹਾਰੀ ਆਏਗੀ ਉਹਦਾ ਭਾਵ ਹੈ ਹੋਂਦ, ਹਸਤੀ, ਜਿਵੇਂ ਅਕਾਲ ਮੂਰਤ। ਜਦੋਂ ਇਹ ਬੇਸਿਕ ਮੁੱਢਲੀਆਂ ਚੀਜ਼ਾਂ ਕਲੀਅਰ ਹੋ ਜਾਣ, ਸਾਡੀ ਪ੍ਰੋਬਲਮ ਇੱਥੇ ਆਣ ਖਲੋਤੀ ਹੋ ਗਈ ਕਿ ਅਸੀਂ ਉਹਨਾਂ ਫੋਟੋਸ ਨਾਲ ਜੁੜ ਕੇ ਅਸੀਂ ਸਮਝ ਲਿਆ ਕਿ ਇਹ ਮੇਰਾ ਗੁਰੂ ਹੈ। ਐਗਜ਼ਾਮਪਲ, ਗੁਰੂ ਨਾਨਕ ਸਾਹਿਬ ਦੀ ਇੱਕ ਫੋਟੋ ਬਣਾਤੀ ਗਈ, ਜਿਸ ਗੁਰੂ ਨਾਨਕ ਸਾਹਿਬ ਦੀ ਫੋਟੋ ਦੇ ਉੱਤੇ ਅੱਗੇ ਮਾਲਾ ਵੀ ਰੱਖਤੀ, ਗੜਵਾ ਵੀ ਰੱਖਤੀ, ਸਿਰ ਤੇ ਵੀ ਮਾਲਾ ਪਾਤੀ, ਹੱਥ ਤੇ ਵੀ ਮਾਲਾ ਪਾਤੀ। ਹੁਣ ਸਾਨੂੰ ਲੱਗਿਆ ਕਿ ਇਹ ਮੇਰਾ ਗੁਰੂ ਨਾਨਕ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਸਪਸ਼ਟ ਕਰਦੀ ਹੈ, ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲੋਣਾ ਜਾਣਾ। ਹੁਣ ਕਦੀ ਇਹ ਹੋ ਸਕਦਾ ਹੈ ਕਿ ਬਾਣੀ ਕੁਝ ਹੋਰ ਕਹਿੰਦੀ ਪਈ ਹੋ ਤੇ ਕੰਮ ਕੁਝ ਹੋਰ ਹੁੰਦੇ ਪਏ ਹੋਣ। ਗੁਰੂ ਸਾਹਿਬ ਦੀ ਬਾਣੀ ਸਪਸ਼ਟ ਕਰਦੀ ਹੈ, ਕਬੀਰ ਜਪਨੀ ਕਾਟ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨਾ ਚੇਤਈ ਇਹ ਜਪਨੀ ਕਿਆ ਹੋਏ। ਜਦੋਂ ਇਹਨਾਂ ਚੀਜ਼ਾਂ ਨੂੰ ਸਮਝ ਲਈਏ, ਫਿਰ ਇਹ ਫੋਟੋਆਂ ਦੇ ਨਾਲ ਜੁੜ ਕੇ ਸਾਡੇ ਜੀਵਨ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ। ਜਦੋਂ ਇਸ ਚੀਜ਼ ਨੂੰ ਸਮਝਿਆ ਕਿ ਫੋਟੋ ਨਾਲ ਜੁੜ ਕੇ ਵਿਕਾਸ ਨਹੀਂ ਹੋਇਆ ਬਲਕਿ ਪਰੇਸ਼ਾਨੀ ਹੋਈ, ਜਿਵੇਂ ਉਸ ਦਿਨ ਅਸੀਂ ਵਿਚਾਰਿਆ ਸੀ ਕਿ ਫਰੀਦ ਸਾਹਿਬ ਦੀ ਇੱਕ ਫੋਟੋ ਨੂੰ ਅਸੀਂ ਸੱਚ ਮੰਨ ਲਿਆ, ਪਰ ਫਰੀਦ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਅਸੀਂ ਉੱਥੇ ਤੱਕ ਪਹੁੰਚ ਨਾ ਸਕੇ। ਜਦ ਤੱਕ ਅਸੀਂ ਇਸ ਚੀਜ਼ ਨੂੰ ਸਮਝ ਕੇ ਕਿ ਗੁਰ ਦੀ ਮੂਰਤ ਨੂੰ ਜੇ ਸਮਝਣਾ ਹੈ ਤੇ ਗੁਰ ਦੇ ਸ਼ਬਦ ਨੂੰ ਸਮਝਣਾ ਹੈ, ਉਹ ਸ਼ਬਦ ਦਾ ਚਿਲਾ ਮੇਰੀ ਸੁਰਤੀ ਨੂੰ ਬਣਾਉਣਾ ਹੈ, ਤੇ ਕੋਈ ਵੀ ਫਿਜ਼ੀਕਲ ਕੋਈ ਦੇ ਗੁਰੂ ਹੈ ਹੀ ਨਹੀਂ। ਜਦੋਂ ਇਸ ਚੀਜ਼ ਦੇ ਪ੍ਰਤੀ ਕਲੈਰਿਟੀ ਆ ਜਾਏਗੀ ਤੇ ਫੋਟੋ ਦੀ ਤੇ ਲੋੜ, ਐਗਜ਼ਿਸਟੈਂਸ ਆਪੇ ਹੀ ਖਤਮ ਹੋ ਜਾਏਗੀ। ਜੇ ਕੋਈ ਦੇ ਗੁਰੂ ਹੈ ਹੀ ਨਹੀਂ, ਫਿਰ ਫੋਟੋ ਕਿਹਦੀ ਹੈ ਸਾਨੂੰ ਕੀ ਪਤਾ। ਦੂਜੀ ਚੀਜ਼, ਕਦੇ ਕਦੇ ਇਹ ਸਵਾਲ ਨਾ ਮੈਨੂੰ ਇੱਕ ਦੂਜੇ ਰੂਪ ਵਿੱਚ ਆਇਆ ਸੀ। ਅੱਜ ਤੋਂ ਲਗਭਗ ਸਾਲ ਪਹਿਲਾਂ ਅਸੀਂ ਇਧਰ ਇੱਕ ਆਡੀਟੋਰੀਅਮ ਦੇ ਵਿੱਚ 3 ਘੰਟੇ ਦਾ ਸ਼ੋਅ ਕੀਤਾ। ਉਹਦੇ ਅੰਦਰ ਨਾ ਕੁਝ ਚੀਜ਼ਾਂ ਸਾਰੇ 70-80 ਬੱਚਿਆਂ ਨੇ ਕੁਝ ਪ੍ਰੈਜੈਂਟੇਸ਼ਨ ਦੇ ਕੇ ਕਲੈਰਿਟੀ ਲਾਈ ਸੀ। ਉਹਦੇ ਅੰਦਰ ਇਹਨਾਂ ਚੀਜ਼ਾਂ ਬਾਰੇ, ਕਿ ਫੋਟੋ ਬਾਰੇ, ਇਹਨਾਂ ਚੀਜ਼ਾਂ ਬਾਰੇ ਕੁਝ ਚੀਜ਼ਾਂ ਡਿਸਕਸ ਕੀਤੀਆਂ ਸੀ। ਤੇ ਇੱਕ ਜੀ ਸੀ ਜਿਹੜਾ ਦੀ ਉਮਰ ਲਗਭਗ ਸਮਝ ਲਓ 20-22 ਸਾਲ ਹੋਣੀ, ਉਹ ਆ ਕੇ ਕਹਿੰਦੇ ਨੇ, ਵੀਰ ਜੀ ਮੈਨੂੰ ਸਮਝ ਆ ਗਿਆ ਕਿ ਸਰੀਰ ਗੁਰੂ ਹੀ ਨਹੀਂ ਹੈ ਤੇ ਫੋਟੋ ਕਿਸ ਚੀਜ਼ ਦੀ ਬਣਾਈ ਹੈ। ਕਿਉਂ ਨਾ ਅਸੀਂ ਜਪਜੀ ਨੂੰ ਸਮਝ ਲਈਏ। ਜਪਜੀ ਨੂੰ ਸਮਝਣਾ ਹੀ ਗੁਰੂ ਨਾਨਕ ਦੀ ਵਿਚਾਰਧਾਰਾ ਬਣ ਕੇ, ਮੈਂ ਜਿਵੇਂ ਹੋਰ ਜਿਹੀ ਵੀਰ ਨੇ ਦੱਸਿਆ, ਮੇਰੇ ਮਨ ਨੇ ਨਾਨਕ ਬਣਨਾ। ਪਰ ਮੇਰੇ ਘਰ ਵਾਲੇ, ਮੇਰੇ ਮਾਤਾ ਪਿਤਾ ਇਹ ਚੀਜ਼ ਨਹੀਂ ਸਮਝਦੇ ਪਏ। ਤੇ ਜੋ ਮੈਂ ਉਹਨੂੰ ਉਸ ਵਕਤ ਕੋਸ਼ਿਸ਼ ਕੀਤੀ ਸੀ, ਮੈਂ ਕਿਹਾ ਕਿ ਦੇਖੋ, ਜੇ ਤੁਸੀਂ ਸਮਝ ਗਏ ਹੋ, ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਆਪਣੇ ਘਰਾਂ ਦੇ ਵਿੱਚ ਹੁਣ ਝਗੜੇ ਪਾਣੇ ਸ਼ੁਰੂ ਕਰ ਦਿਓ ਕਿ ਮੈਂ ਫੋਟੋ ਕੱਢਾਂਗਾ ਹੀ ਕੱਢਾਂਗਾ। ਮਨੁੱਖ ਦੀ ਸੋਚ ਆਹਿਸਤਾ ਆਹਿਸਤਾ ਡਿਵੈਲਪ ਹੁੰਦੀ ਹੈ। ਤੁਸੀਂ ਕੁਝ ਚੀਜ਼ਾਂ ਪ੍ਰਤੀ ਜਦੋਂ ਡਿਸਕਸ਼ਨ ਕਰਨੀ ਸ਼ੁਰੂ ਕਰੋਗੇ, ਤੁਹਾਨੂੰ ਇੱਕ ਚੀਜ਼ ਦੀ ਕਲੈਰਿਟੀ ਆ ਗਈ ਨਾ, ਹੁਣ ਉਹ ਚੀਜ਼ ਤੁਸੀਂ ਅਗਲੀ ਆਉਣ ਵਾਲੀ ਪੀੜ੍ਹੀ, ਆਪਣੇ ਆਂਢ ਗੁਆਂਢ, ਜੋ ਬੰਦੇ ਸਮਝਦੇ ਪਏ ਨੇ, ਉਹਦੇ ਨਾਲ ਇਹ ਚੀਜ਼ਾਂ ਡਿਸਕਸ ਕਰੋ। ਗੱਲ ਆਹਿਸਤਾ ਆਹਿਸਤਾ ਟਾਈਮ ਲੱਗਦਾ ਕੋਈ ਚੀਜ਼ ਨੂੰ ਐਕਸੈਪਟ ਕਰਨ ਵਿੱਚ, ਕਿਉਂਕਿ ਤੁਹਾਡੇ ਮਾਤਾ ਪਿਤਾ, ਉਹ ਜੋ ਫੋਟੋ ਰੱਖੀ ਹੋਈ ਹੈ ਉਹਨਾਂ ਦੇ ਮਾਤਾ ਪਿਤਾ ਦੇ ਘਰ ਤੋਂ ਚਲਦੀ ਹੈ। ਜਿਹੜੀ ਚੀਜ਼ 50 ਸਾਲ ਤੋਂ ਚਲਦੀ ਪਈ ਹੈ, ਤੁਸੀਂ ਕਹੋ ਕਿ 5 ਮਿੰਟਾਂ ਵਿੱਚ ਨਿਕਲ ਜਾਏਗੀ, ਗੱਲ ਔਖੀ ਹੈ। ਕਿਉਂ? ਕਿਉਂਕਿ ਗੁਰੂ ਭਾਵੇਂ ਸਮਝਾਉਂਦਾ ਪਿਆ
कि मन की मत त्यागो हरजन हुक्म बूझ सुख पाइए रे। ਇਹ ਜੋ ਫੋਟੋ ਵਾਲੇ ਕੰਮ ਮਨ ਕੀ ਮਤ ਵਾਲੇ ਨੇ ਇਹਨੂੰ ਤਿਆਗੇਗਾ ਜੀਵਨ ਦੇ ਵਿੱਚ ਸੁਖ ਆਏਗਾ। ਪਰ ਗੁਰੂ ਇੱਕ ਚੀਜ਼ ਹੋਰ ਸਪਸ਼ਟ ਕਰਦਾ ਹੈ, ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ। ਜਦੋਂ ਤੂੰ ਆਪਣੇ ਮਨ ਨੂੰ ਸਮਝਾਤਾ ਤੂੰ ਦੂਜਿਆਂ ਨੂੰ ਸਮਝਾਣਾ ਜਾ, ਹਾਂ ਆਪਣੇ ਆਂਢ ਗੁਆਂਢ ਨਾਲ ਇਹ ਚੀਜ਼ਾਂ ਡਿਸਕਸ ਕਰ, ਪਰ ਉਸ ਚੀਜ਼ ਲਈ ਟਾਈਮ ਦੇ। ਜਦੋਂ ਤੈਨੂੰ ਆਪ ਕਲੈਰਿਟੀ ਆ ਗਈ ਤੂੰ ਆਪਣੇ ਫੋਟੋਆਂ ਤੋਂ ਭਰੋਸਾ ਚੁੱਕ ਲੇਗਾ, ਤੈਨੂੰ ਸਮਝ ਆ ਜਾਏਗਾ ਇਹ ਫੋਟੋ ਕਿਹਦੀ ਹੈ ਮੈਨੂੰ ਨਹੀਂ ਪਤਾ। ਉਹ ਭਰੋਸਾ ਪਤਾ ਕਿੱਥੇ ਤੱਕ ਆਣਾ ਚਾਹੀਦਾ ਸੀ। ਇੱਕ ਜਗ੍ਹਾ ਤੇ ਗਏ, ਇੱਕ ਆਈਸਕ੍ਰੀਮ ਪਾਰਲਰ ਤੇ ਗਏ, ਉਧਰ ਉਹਦੇ ਕੈਸ਼ ਕਾਊਂਟਰ ਦੇ ਨਾਲ ਕੋਈ, ਮੇਰੇ ਖਿਆਲ ਕਿਸੇ ਗੁਰੂ ਸਾਹਿਬ ਦੀ ਕੋਈ ਫੋਟੋ ਪਈ ਹੋਈ ਸੀ ਕੈਸ਼ ਕਾਊਂਟਰ ਦੇ ਨਾਲ। ਮੇਰੇ ਨਾਲ ਇੱਕ ਮੇਰਾ ਮਿੱਤਰ ਸੀ, ਉਹ ਕਹਿੰਦਾ ਇਹਨੂੰ ਕਹੀ ਕਿ ਇਹ ਫੋਟੋ ਚੱਕ ਕੇ ਕਿਸੇ ਹੋਰ ਪਾਸੇ ਰੱਖ ਦੇ। ਮੈਂ ਕਿਹਾ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਕਿਹਦੀ ਫੋਟੋ ਹੈ, ਅਸੀਂ ਆਪਣਾ ਭਰੋਸਾ ਉਸ ਲੈਵਲ ਤੱਕ ਲੈ ਜਾਈਏ। ਉਹ ਫੋਟੋ ਕਿਹਦੀ ਹੈ ਮੈਨੂੰ ਪਤਾ ਹੀ ਨਹੀਂ ਹੈ। ਜਦੋਂ ਉਸ ਲੈਵਲ ਤੱਕ ਜਾਵਾਂਗੇ ਸਾਡਾ ਭਰੋਸਾ ਹੋ ਜਾਏਗਾ ਕਿ ਉਹ ਅਕਾਲ ਮੂਰਤ, ਉਹ ਫੋਟੋ ਨਾਲ ਮੇਰਾ ਸੰਬੰਧ ਨਹੀਂ। ਫਿਰ ਆਹਿਸਤਾ ਆਹਿਸਤਾ ਉਹ ਸਮਝ ਮੇਰੇ ਕੰਮਾਂ ਚੋਂ ਦੇਖ ਕੇ ਮੇਰੇ ਘਰ ਤੱਕ ਵੀ ਆਏਗੀ ਤੇ ਘਰਾਂ ਚੋਂ ਵੀ ਉਹ ਫੋਟੋ ਨਿਕਲਣ ਜਾਣਗੀਆਂ। ਪਰ ਇਸ ਚੀਜ਼ ਕਰਕੇ ਆਪਣੇ ਘਰਾਂ ਦੇ ਵਿੱਚ ਝਗੜੇ ਨਾ ਪਾਓ, ਇਹ ਮੇਰੀ ਬੇਨਤੀ ਹੈ ਜੀ। ਭੁਪਿੰਦਰ ਵੀਰ ਜੀ, ਗੁਰਮੁਰਤ ਗੁਰਸ਼ਬਦ, ਠੀਕ ਹੈ। ਤੇ ਸਾਨੂੰ ਜਦੋਂ ਆਏਗਾ ਗੁਰ ਕੀ ਮੂਰਤ ਮਨ ਮੈਂ ਧਿਆਨ, ਤਾਂ ਸਾਨੂੰ ਨਾਲ ਦੇ ਨਾਲ ਮੈਸੇਜ ਹੈ ਗੁਰ ਕੇ ਸ਼ਬਦ ਮੰਤਰ, ਇਹੀ ਗੁਰ ਕੀ ਤੇ ਸ਼ਬਦ ਗੁਰੂ ਸੁਰਤ ਤੋਂ ਚੇਲਾ। ਜਦੋਂ ਅਸੀਂ ਸਮਝਦੇ ਹਾਂ ਨਾ ਸੁਰਤ ਫਿਜ਼ੀਕਲ ਹੁੰਦੀ ਹੈ ਤੇ ਨਾ ਕਿਸੇ ਦਾ ਸਰੀਰ ਫਿਜ਼ੀਕਲ ਚੇਲਾ ਬਣਦਾ ਹੈ, ਤੇ ਨਾ ਅਸੀਂ ਸਰੀਰਕ ਗੁਰੂ ਨੂੰ ਮੰਨਦੇ ਹਾਂ। ਠੀਕ ਹੈ ਜੀ। ਜਿਹੜੀ ਗੱਲ ਹੁਣੇ ਜਸਮੀਤ ਵੀਰ ਜੀ ਨੇ ਕੀਤੀ ਹੈਗੀ ਹੈ ਨਾ, ਝਗੜੇ ਨਾ ਪਾ, ਘਰ ਜਾ ਕੇ ਝਗੜੇ ਨਾ ਪਾਈਏ, ਇਸ ਰਿਲੇਟਡ ਭਾਈ ਵੀਰ ਸਿੰਘ ਜੀ ਦੀ ਇੱਕ ਲੇਖਣੀ ਪੜ੍ਹ ਰਿਹਾ ਸੀਗਾ, ਉਹ ਸਾਂਝ ਪਾਣੀ ਚਾਹ ਰਿਹਾ ਹੈਗਾ ਮੈਂ ਸਾਰਿਆਂ ਨਾਲ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇੱਕ ਵਾਰੀ ਇੱਕ ਸੱਜਣ ਮੈਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਨਾਲ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਕੁਝ ਦਿਨ ਤੁਹਾਡੇ ਨਾਲ ਰਹਿਣਾ ਚਾਹੁੰਦਾ ਤੇ ਕੁਝ ਦਿਨ ਤੁਹਾਡੇ ਨਾਲ ਮੈਂ ਸਮਾਂ ਬਤੀਤ ਕਰਨਾ ਚਾਹੁੰਦਾ ਹੈਗਾ। ਕਹਿੰਦੇ ਕੁਝ ਦਿਨ ਉਹ ਮੇਰੇ ਨਾਲ ਰਹਿਣ ਲਈ ਆਇਆ। ਉਹ ਮੂਰਤੀ ਦਾ ਪੁਜਾਰੀ ਸੀਗਾ ਜਿਹੜਾ ਵਿਅਕਤੀ ਨੇ ਇਹ ਗੱਲ ਕਹੀ ਸੀਗੀ। ਕਹਿੰਦੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਪ੍ਰਭਾਵਿਤ ਹੋ ਕੇ ਉਹ ਕਹਿੰਦਾ ਹੁਣ ਜਿਹੜਾ ਹੈਗਾ ਮੇਰੇ ਮਨ ਦੇ ਵਿੱਚੋਂ ਮੂਰਤੀ ਦਾ ਪ੍ਰਭਾਵ ਹਟ ਗਿਆ, ਹੁਣ ਮੈਂ ਮੂਰਤੀ ਦੀ ਪੂਜਾ ਨਹੀਂ ਕਰਨੀ। ਮੈਨੂੰ ਸਮਝ ਆ ਗਈ ਹੈ ਕਿ ਅਕਾਲ ਪੁਰਖ ਕੇਵਲ ਇੱਕੋ ਹੀ ਹੈ। ਲੇਕਿਨ ਜਦੋਂ ਘਰ ਵਿਅਕਤੀ ਪਹੁੰਚਿਆ ਤੇ ਘਰ ਉਸਦਾ ਪਰਿਵਾਰ, ਉਸਦੀ ਪਤਨੀ ਜਿਹੜੀ ਅਜੇ ਵੀ ਮੂਰਤੀ ਦੀ ਪੂਜਾ ਕਰਦੀ ਹੈ, ਤੇ ਘਰ ਜਾਂਦੇ ਹੀ ਉਹਨੇ ਮੂਰਤੀ ਚੁੱਕੀ ਹੈ ਤੇ ਚੁੱਕ ਕੇ ਬਾਹਰ ਰੱਖ ਦਿੱਤੀ ਹੈ। ਤੇ ਘਰ ਉਸਦੇ ਝਗੜੇ ਸ਼ੁਰੂ ਹੋ ਗਏ। ਉਹ ਦੁਖੀ ਇੰਨਾ ਕਲੇਸ਼ ਮਚ ਗਏ ਕਿ ਘਰ ਜਿਹੜੀ ਹੈਗੀ ਸ਼ਾਂਤੀ ਨਾ ਹੋਏ ਉਸਦੇ। ਕਹਿੰਦਾ ਉਹ ਫਿਰ ਭਾਈ ਵੀਰ ਸਿੰਘ ਜੀ ਦੇ ਕੋਲ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੂੰ ਫਿਰ ਕਹਿੰਦਾ ਹੈ ਕਿ ਵੀਰ ਜੀ ਇਸ ਤਰ੍ਹਾਂ ਮੈਂ ਘਰੋਂ ਮੂਰਤੀ ਹਟਾ ਰਿਹਾ, ਮੂਰਤੀ ਹਟਦੀ ਨਹੀਂ ਪਈ ਤੇ ਮੇਰੇ ਘਰ ਤੇ ਝਗੜੇ ਪੈਦਾ ਹੋ ਗਏ ਨੇ ਬਹੁਤ ਜ਼ਿਆਦਾ। ਤੇ ਵੀਰ ਸਿੰਘ ਜੀ ਕਹਿੰਦੇ ਨੇ, ਅੱਗੋਂ ਮੈਂ ਉਹਨੂੰ ਸਮਝਾਉਣਾ ਕੀਤਾ ਹੈ ਕਿ ਤੈਨੂੰ ਜਦੋਂ ਤੂੰ ਮੂਰਤੀ ਹਟਾਈ ਸੀ ਕਿ ਮੈਂ ਤੈਨੂੰ ਜ਼ਬਰਦਸਤੀ ਤੇਰੇ ਘਰੋਂ ਹਟਾਈ ਸੀਗੀ? ਕਹਿੰਦਾ ਨਹੀਂ ਵੀਰ ਜੀ, ਤੁਸੀਂ ਵਿਚਾਰ ਸਾਂਝ ਕੀਤੀ ਸੀਗੀ, ਉਹਨੂੰ ਵਿਚਾਰਾਂ ਨੇ ਮੇਰੇ ਮਨ ਦੇ ਵਿੱਚੋਂ ਮੂਰਤੀ ਨੂੰ ਹਟਾ ਦਿੱਤਾ ਸੀਗਾ। ਤੇ ਕਹਿੰਦੇ ਬਸ ਤੂੰ ਇਹੋ ਕੰਮ ਘਰ ਜਾ ਕੇ ਕਰਨਾ ਹੈ, ਤੂੰ ਵਿਚਾਰ ਸਾਂਝ ਕਰਨੀ ਹੈ, ਜ਼ਬਰਦਸਤੀ ਨਹੀਂ ਤੂੰ ਮੂਰਤੀ ਹਟਾਣੀ, ਵਿਚਾਰ ਸਾਂਝ ਕਰਨੀ ਹੈ ਜਿਸਦੇ ਨਾਲ ਉਹ ਮਨ ਦੇ ਵਿੱਚੋਂ ਮੂਰਤੀ ਹਟੇ। ਜਿਹੜੀ ਫੋਟੋ ਦੀ ਵੀ ਗੱਲ ਹੋ ਰਹੀ ਹੈ ਨਾ, ਜਦੋਂ ਤੱਕ ਸਾਡੇ ਮਨਾਂ ਵਿੱਚੋਂ ਫੋਟੋ ਨਹੀਂ ਹਟੇਗੀ, ਸਾਡੇ ਘਰਾਂ ਵਿੱਚੋਂ ਫੋਟੋ ਨਹੀਂ ਹਟੇਗੀ। ਵਿਚਾਰ ਅਸੀਂ ਸਾਂਝ ਕਰੀਏ ਕਿ ਮਨ ਦੇ ਵਿੱਚੋਂ ਫੋਟੋ ਹਟ ਜਾਏ ਆਪਣੇ ਆਪ ਹੀ। ਜਦੋਂ ਮੇਰੇ ਵਰਗੇ ਬੰਦੇ ਅਗਰ ਇਹ ਸਮਝ ਜਾਣਾ ਕਿ ਫੋਟੋ ਗਲਤ ਹੈ, ਮੂਰਤੀ ਗਲਤ ਹੈ, ਫਿਰ ਇੱਕ ਫਰਜ਼ ਬਣਦਾ ਹੈ ਇੱਕ ਅਗਲੇ ਲੈਵਲ ਤੱਕ ਵੀ ਜਾਣਾ। ਕਿਧਰ ਇਹ ਤਾਂ ਨਹੀਂ ਹੋ ਗਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹੀ ਚੀਜ਼ ਸਮਝ ਲਈ? ਕਿਧਰ ਨਾ ਕਿਧਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਸ ਦੀ ਪੂਜਾ ਕੀਤੀ, ਪਰ ਪੂਜਾ ਦਾ ਅਸਲ ਮਤਲਬ ਹੁੰਦਾ ਹੈ ਰਿਸਪੈਕਟ ਕਰਨੀ, ਮਾਨ ਕਰਨਾ, ਸਨਮਾਨ ਕਰਨਾ। ਹੁਣ ਰਿਸਪੈਕਟ ਕਰਨਾ, ਮੰਨ ਲਓ ਮੈਂ ਕਿਸੇ ਦੇ ਰੋਜ਼ ਕਹਾਂ ਤੁਸੀਂ ਜੀ ਬੜੇ ਅੱਛੇ ਹੋ, ਪਰ ਮੈਂ ਉਹਦੀ ਗੱਲ ਨਾ ਸੁਣਾ, ਕਿ ਇਹ ਰਿਸਪੈਕਟ ਹੋਈ? ਨਹੀਂ ਨਾ। ਅਸੀਂ ਕਿਧਰ ਨਾ ਕਿਧਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਬਸ ਉਹੀ ਚੀਜ਼ ਇਹ ਨਹੀਂ ਸਮਝਿਆ ਕਿ ਗੁਰ ਗਿਆਨ ਦਿਓ ਮਨ ਸਮਝਾ, ਉਸ ਚੀਜ਼ ਨੂੰ ਰਿਸਪੈਕਟ ਦਾ ਭਾਵ ਸਮਝਣਾ। ਜਦੋਂ ਇਹ ਸਮਝਿਆ ਕਿ ਗੁਰ ਗਿਆਨ ਦਿਓ ਮਨ ਸਮਝਾ, ਤੇ ਆਟੋਮੈਟਿਕਲੀ ਇਹ ਜੋ ਮੇਰੇ ਰਸਮ ਵਾਲੇ ਕੰਮ ਨੇ ਨਾ, ਰਸਮ ਪੁਰਤੀਆਂ ਵਾਲੇ, ਉਹ ਮੇਰੇ ਜੀਵਨ ਦੇ ਵਿੱਚ ਕੋਈ ਇੰਪੋਰਟੈਂਸ ਨਹੀਂ ਰੱਖਦੇ। ਮੈਂ ਸਮਝ ਜਾਵਾਂਗਾ ਕਿ ਜਦੋਂ ਕੋਈ
ਚੀਜ਼ ਮੰਗਣੀ ਹੋਏ ਇਹ ਸ਼ਬਦ ਜੋੜ ਲਿਆ ਗਿਆ, ਜੋ ਮੰਗੇ ਠਾਕੁਰ ਆਪਣੇ ਤੇ, ਮੈਨੂੰ ਪਤਾ ਲੱਗ ਜਾਏਗਾ ਨਾ। ਗੁਰੂ ਸਾਹਿਬ ਕਹਿੰਦੇ ਪਏ ਨੇ ਹਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਉਹ ਸਾਰੇ ਅਵਗੁਣ ਮੇਟਨੇ ਰਹਾਉ ਨੂੰ ਸਮਝ ਕੇ ਹੀ ਜੋ ਮੰਗੇ ਠਾਕੁਰ ਆਪਣੇ ਤੇ ਸਮਝ ਪਾਵਾਂਗਾ। ਜਦੋਂ ਗੁਰੂ ਸਾਹਿਬ ਕਹਿੰਦੇ ਪਏ ਨੇ ਇਹ ਚੀਜ਼ ਮੈਨੂੰ ਸਮਝਾਉਂਦੇ ਪਏ ਨੇ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਪਰ ਜਦ ਤੱਕ ਮੈਨੂੰ ਇਹ ਸਮਝ ਨਹੀਂ ਆਇਆ ਕਿ ਮੇਰੇ ਮਨ ਏਕਸ ਸਿਉ ਚਿਤ ਲਾਏ, ਉਸ ਸ਼ਬਦ ਦਾ ਰਹਾਓ ਏਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ। ਉਹ ਏਕਸ ਬਿਨ ਸਭ ਤੰਦ ਹੈ ਸਮਝੇ ਬਿਨਾ ਮੈਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿਵੇਂ ਸਮਝ ਸਕਦਾ। ਜਦੋਂ ਇਹ ਸਮਝ ਆ ਗਿਆ ਕਿ ਉਹ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਤਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਹੁਣ ਇਹ ਚੀਜ਼ਾਂ ਜਦੋਂ ਮੈਂ ਉਸ ਬੱਚੇ ਤੋਂ ਜਨਮ ਤੋਂ ਉੱਚੇ ਉੱਠ ਕੇ ਮਾਤਾ ਮਤ ਪਿਤਾ ਸੰਤੋਖ ਵਾਲੀ ਪਰਿਭਾਸ਼ਾ ਨੂੰ ਸਮਝਿਆ, ਆਪਣੇ ਜੀਵਨ ਤੇ ਇੰਪਲੀਮੈਂਟ ਕੀਤਾ, ਉਹ ਰਸਮ ਪੂਰਤੀ ਖਤਮ। ਜਦੋਂ ਮੈਂ ਦੂਜੇ ਪਾਸੇ ਲੈ ਗਿਆ ਕਿ ਮੈਂ ਇਹ ਕਹਿਤਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਬੜੀ ਬੈਰਾਗਮਈ ਹੈ, ਜਾਂ ਫਿਰ ਇਹੋ ਜਿਹੇ ਸ਼ਬਦ ਜੋੜ ਲਏ ਬਾਬਾ ਬੋਲਤੇ ਤੇ ਕਹਾਂ ਗਏ ਕਿਸੇ ਦੀ ਮੌਤ ਨਾਲ ਜੋੜ ਲਏ। ਹੁਣ ਉਧਰ ਤੇ ਸਵਾਲ ਖੜਾ ਕਰਦੇ ਪਏ ਨੇ, ਤੁਸੀਂ ਮੈਨੂੰ ਬੜਾ ਨਚਾਉਂਦੇ ਸੀ, ਮੇਰਾ ਮਨ ਮੰਦਰੀਆ ਨਾ ਮੰਜਾਵੇ, ਹੁਣ ਉਹ ਬੰਦ ਹੋ ਗਿਆ। ਮੈਂ ਉਸ ਟਿਊਨ ਤੇ ਨੱਚਦਾ ਰਿਹਾ, ਕਦੀ ਕਾਮ ਆਇਆ ਨੱਚਿਆ, ਕਦੀ ਗੁੱਸੇ ਵਿੱਚ ਨੱਚਿਆ, ਕਦੀ ਕ੍ਰੋਧ ਵਿੱਚ ਨੱਚਿਆ, ਪਰ ਹੁਣ ਬਾਬਾ ਬੋਲਤੇ ਤੇ ਕਹਾਂ ਗਏ, ਹੁਣ ਤੁਸੀਂ ਕਿੱਥੇ ਗਏ, ਹੁਣ ਤੁਸੀਂ ਮੈਨੂੰ ਨਚਾ ਨਹੀਂ ਪਾ ਰਹੇ। ਕਿਉਂ? ਕਿਉਂਕਿ ਹੁਣ ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੋ ਥਾਨ ਸੋ ਹਵਾ ਰਾਮ ਰਾਜੇ। ਹੁਣ ਮੇਰੇ ਹਿਰਦੇ ਦੇ ਵਿੱਚ ਉਸ ਸ਼ਬਦ ਦਾ ਚਾਨਣ ਆ ਗਿਆ। ਜਦੋਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ, ਇਹਨਾਂ ਰਸਮਾਂ ਦੇ ਨਾਲ ਸਾਡਾ ਖਹਿੜਾ